ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਪ੍ਰੀਤ ਧਵਨ ਤੁਹਾਡਾ ਸਵਾਗਤ ਕਰਦਾ ਜੀ ਸਾਡੇ YouTube ਚੈਨਲ ਚੰਡੀਗੜ੍ਹ ਕੰਪੀਟੀਟਿਵ ਕਲਾਸਿਸ ਤੇ। ਅੱਜ ਦਾ ਆਪਣਾ ਇੰਗਲਿਸ਼ ਦਾ ਜਿਹੜਾ ਲੈਕਚਰ ਰਹੂਗਾ ਸੌਖਾ ਜਿਹਾ ਵੀ ਹੈ ਤੇ ਇੰਟਰਸਟਿੰਗ ਵੀ ਹੈ। ਬੜੇ ਇੰਟਰਸਟਿੰਗ ਵੇ ਦੇ ਵਿੱਚ ਆਪਾਂ ਕਰਾਂਗੇ ਪ੍ਰੋਨਾਊਨਸ ਨੂੰ, ਜਿਨ੍ਹਾਂ ਨੂੰ ਤੁਸੀਂ ਪੰਜਾਬੀ ਦੇ ਵਿੱਚ ਜਾਣਦੇ ਹੋ ਪ੍ਰਣਾਮ ਦੇ ਨਾਮ ਤੋਂ। ਠੀਕ ਹੈ, ਪ੍ਰੋਨਾਊਨ ਹੁੰਦੇ ਕੀ ਨੇ, ਯੂਜ਼ ਕਿੱਥੇ ਹੁੰਦੇ ਨੇ ਤੇ ਕਿਹੜਾ ਕਿਵੇਂ ਯੂਜ਼ ਹੁੰਦਾ, ਇਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਪ੍ਰੋਨਾਊਨ ਐਕਚੁਅਲ ਦੇ ਵਿੱਚ ਉਹ ਸ਼ਬਦ ਹੁੰਦੇ ਨੇ ਜਿਹੜੇ ਕਿ ਨਾਊਨ ਦੀ ਜਗ੍ਹਾ ਵਰਤੇ ਜਾਂਦੇ ਨੇ। ਹੁਣ ਜੇ ਨਾਊਨ ਬਾਰੇ ਜਾਣਕਾਰੀ ਕੰਪਲੀਟਲੀ ਨਹੀਂ ਹੈਗੀ ਕਿਸੇ ਨੂੰ, ਵੈਸੇ ਤਾਂ ਮੋਟਾ ਸਾਰਿਆਂ ਨੂੰ ਪਤਾ ਵੀ ਨਾਊਨ ਮਤਲਬ ਨਾਮ, ਕਿਸੇ ਵੀ ਚੀਜ਼ ਦਾ, ਜਗ੍ਹਾ ਦਾ, ਇਨਸਾਨ ਦਾ, ਕੁਛ ਵੀ ਹੈ ਚਾਹੇ ਇਸ ਦੁਨੀਆ ਤੇ, ਹੈ ਨਾ, ਜਾਂ ਦੁਨੀਆ ਤੋਂ ਬਾਹਰ ਵੀ। ਠੀਕ ਹੈ, ਤਾਂ ਨਾਊਨ ਤੇ ਪ੍ਰੋਨਾਊਨ ਇੰਟਰ ਰਿਲੇਟਡ ਨੇ। ਨਾਊਨ ਦੀ ਜਗ੍ਹਾ ਪ੍ਰੋਨਾਊਨ ਯੂਜ਼ ਹੁੰਦੇ ਨੇ ਜਦੋਂ ਆਪਾਂ ਨਾਊਨ ਨੂੰ ਰਿਪੀਟ ਨਹੀਂ ਕਰਦੇ ਸੈਂਟੈਂਸ ਦੇ ਵਿੱਚ, ਇੱਕ ਵਾਕ ਦੇ ਵਿੱਚ। ਨਾਊਨ ਦੇ ਜਿਹੜੇ ਲੈਕਚਰਸ ਨੇ ਤੁਸੀਂ YouTube ਤੇ ਸਾਡੇ ਪਲੇਲਿਸਟ ਦੇ ਵਿੱਚ ਚੈਨਲ ਦੇ ਉੱਪਰ ਦੇਖ ਸਕਦੇ ਹੋ ਪਹਿਲਾਂ ਤੋਂ, ਤੇ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਲਿੰਕ ਵੀ ਜਿਹੜਾ ਹੈਗਾ ਉਸ ਵੀਡੀਓ ਦਾ ਦੇ ਦਾਂਗੇ ਤਾਂ ਜੋ ਤੁਸੀਂ ਨਾਊਨ ਦੇ ਲੈਕਚਰਸ ਦੇਖ ਸਕੋ। ਤੇ ਨਾਊਨ ਦੇ ਲੈਕਚਰਸ ਦੇਖਣੇ ਜ਼ਰੂਰੀ ਨੇ ਜੇ ਤੁਸੀਂ ਪ੍ਰੋਨਾਊਨ ਸਮਝਣਾ ਚਾਹੁੰਦੇ ਹੋ, ਕਿਉਂਕਿ ਪ੍ਰੋਨਾਊਨ ਦੇ ਵਿੱਚ ਜਿਹੜਾ ਮੇਨ ਹੈ ਸਭ ਤੋਂ ਚੀਜ਼, ਉਹ ਪਰਸਨਲ ਪ੍ਰੋਨਾਊਨ ਹੁੰਦੇ ਨੇ। ਪਰਸਨਲ ਪ੍ਰੋਨਾਊਨ ਅੱਜ ਆਪਾਂ ਡਿਸਕਸ ਕਰਾਂਗੇ ਇੱਕ ਟੇਬਲ ਦੇ ਮਾਧਿਅਮ ਨਾਲ। ਤੁਹਾਨੂੰ ਮੈਂ ਉਹ ਚੀਜ਼ ਸਮਝਾਉਂਗਾ ਕਿ ਜਿਹੜੇ ਪਰਸਨਲ ਪ੍ਰੋਨਾਊਨ ਨੇ ਕਿਹੜੇ ਪਰਸਨ ਦੇ ਕਿਵੇਂ ਯੂਜ਼ ਹੁੰਦੇ ਨੇ, ਤੇ ਇਹਦੇ ਵਿੱਚ ਤੁਹਾਨੂੰ ਹੈਲਪ ਮਿਲੂਗੀ ਐਕਟਿਵ ਪੈਸਿਵ ਵਾਸਤੇ ਵੀ। ਠੀਕ ਹੈ, ਐਕਟਿਵ ਪੈਸਿਵ ਜਿਹੜਾ ਟੌਪਿਕ ਹੈ ਨਾ, ਆਪਾਂ ਕਹਿੰਦੇ ਆ ਕਿ ਜਿਹੜਾ ਸਬਜੈਕਟ ਹੁੰਦਾ ਆਬਜੈਕਟ ਦੀ ਜਗ੍ਹਾ ਚਲਾ ਜਾਂਦਾ, ਆਬਜੈਕਟ ਹੁੰਦਾ ਸਬਜੈਕਟ ਦੀ ਜਗ੍ਹਾ ਆ ਜਾਂਦਾ ਹੈਗਾ, ਤਾਂ ਉੱਥੇ ਪ੍ਰੋਨਾਊਨਸ ਦੇ ਬਹੁਤ ਫਰਕ ਪੈਂਦੇ ਨੇ। ਤਾਂ ਉਹ ਕਿਵੇਂ ਚੇਂਜਸ ਆਉਂਦੇ ਨੇ ਉਹ ਵੀ ਤੁਹਾਨੂੰ ਇਹਦੇ ਵਿੱਚ ਪਤਾ ਲੱਗ ਜਾਣਗੇ। ਤਾਂ ਨਾਊਨ ਦੇ ਵਿੱਚ ਮੈਂ ਮੋਟਾ ਦੱਸਿਆ ਸੀ ਆਪਦੇ ਜਿਹੜਾ ਨਾਊਨ ਦਾ ਲਾਸਟ ਵੀਡੀਓ ਸੀ ਉਹਦੇ ਵਿੱਚ ਦੱਸਿਆ ਸੀ ਕਿ 3 ਤਰ੍ਹਾਂ ਦੇ ਕੇਸ ਹੁੰਦੇ ਨੇ। ਕਿਹੜੇ ਹੁੰਦੇ ਨੇ ਜੀ? ਨੋਮੀਨੇਟਿਵ, ਆਬਜੈਕਟਿਵ ਤੇ ਪੋਜੈਸਿਵ। ਇਹ 3 ਜਿਹੜੇ ਕੇਸ ਹੁੰਦੇ ਨੇ, ਕੇਸਿਸ ਦੇ ਬਿਹਾਫ ਤੇ ਜਿਹੜਾ ਹੈਗਾ ਪ੍ਰੋਨਾਊਨ ਨੂੰ ਆਪਾਂ ਪਲੇਸ ਕਰਦੇ ਸੈਂਟੈਂਸ ਦੇ ਵਿੱਚ। ਨੋਮੀਨੇਟਿਵ ਹੁੰਦਾ ਜਦੋਂ ਤੁਹਾਡਾ ਜਿਹੜਾ ਨਾਊਨ ਹੈ, ਜਿਹੜਾ ਨਾਮ ਹੈ, ਉਹ ਸੈਂਟੈਂਸ ਦੇ ਵਿੱਚ ਕਿੱਥੇ ਹੈ? ਸਬਜੈਕਟ ਦੀ ਜਗ੍ਹਾ। ਜਿਵੇਂ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਨਾਰਮਲ ਸੈਂਟੈਂਸ ਸਟਰਕਚਰ ਆਪਣਾ ਕੀ ਰਹਿੰਦਾ? ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਠੀਕ ਹੈ, ਜਦੋਂ ਤਾਂ ਤੁਹਾਡਾ ਨਾਊਨ ਹੈਗਾ ਸਬਜੈਕਟ ਦੀ ਜਗ੍ਹਾ ਫਿਰ ਤਾਂ ਹੋ ਗਿਆ ਨੋਮੀਨੇਟਿਵ ਕੇਸ। ਠੀਕ ਹੈ, ਜੇ ਤੁਹਾਡਾ ਨਾਊਨ ਹੈਗਾ ਆਬਜੈਕਟ ਦੀ ਜਗ੍ਹਾ ਫਿਰ ਹੋ ਗਿਆ ਆਬਜੈਕਟਿਵ ਕੇਸ। ਤੇ ਪੋਜੈਸਿਵ ਕੇਸ ਹੁੰਦਾ ਜੀ ਜਦੋਂ ਤੁਸੀਂ ਕਿਸੇ ਚੀਜ਼ ਨਾਲ ਕੀ ਹੈ ਜੀ ਇੱਕ ਰਿਸ਼ਤਾ ਦੱਸਦੇ ਹੋ, ਅਧਿਕਾਰ ਦੱਸਦੇ ਹੋ ਕਿ ਹਾਂ ਉਹ ਮੇਰੀ ਪੋਜੈਸ਼ਨ ਦੇ ਵਿੱਚ ਹੈ ਜਾਂ ਕਿਹਦੀ ਪੋਜੈਸ਼ਨ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਪ੍ਰੋਨਾਊਨਸ ਦੇ ਵਿੱਚ। ਜਿਹੜੇ ਪਰਸਨਲ ਪ੍ਰੋਨਾਊਨ ਹੈ, ਪਰਸਨਲ ਪ੍ਰੋਨਾਊਨ ਦੇ ਵਿੱਚ ਕੀ ਹੈ ਜੀ 3 ਪਰਸਨ ਆ ਜਾਂਦੇ ਨੇ। ਧਿਆਨ ਨਾਲ ਇਹ ਟੇਬਲ ਨੂੰ ਸਮਝ ਲਿਓ। ਤੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਮੈਂ ਅੱਗੇ ਨਹੀਂ ਆਇਆ ਸੀ ਸਕਰੀਨ ਦੇ, ਕਾਰਨ ਇਹ ਸੀ ਤਾਂ ਜੋ ਤੁਸੀਂ ਸਕਰੀਨਸ਼ਾਟ ਲੈ ਸਕੋ ਇਸ ਟੇਬਲ ਦਾ। ਅੱਗੇ ਤੋਂ ਤੁਹਾਨੂੰ ਰੈਫਰੈਂਸ ਮਿਲਦੀ ਰਹੂ, ਜਦੋਂ ਵੀ ਤੁਸੀਂ ਖੋਲੋਗੇ ਤਾਂ ਈਜ਼ੀਲੀ ਤੁਹਾਨੂੰ ਸਮਝ ਆ ਜਾਊਗਾ। ਤਾਂ ਉਸ ਤੋਂ ਬਾਅਦ ਸ਼ੁਰੂ ਕਰਦੇ ਆ। ਇੱਕ ਤਾਂ ਹੁੰਦਾ ਜੀ ਫਰਸਟ ਪਰਸਨ, ਫਿਰ ਹੁੰਦਾ ਸੈਕੰਡ ਪਰਸਨ, ਫਿਰ ਹੁੰਦਾ ਜੀ ਥਰਡ ਪਰਸਨ। 3 ਇਹਦੇ ਵਿੱਚ ਪਰਸਨ ਹੁੰਦੇ ਨੇ ਕਿ ਕੈਟਾਗਰਾਈਜ਼ ਕੀਤਾ ਗਿਆ। ਪਰਸਨ ਦਾ ਮਤਲਬ ਜਿਹੜਾ ਫਰਸਟ ਪਰਸਨ ਕੌਣ ਹੈ ਜੀ? ਮੰਨ ਲਓ ਕਿ ਮੈਂ ਗੱਲ ਕਰ ਰਿਹਾ ਤਾਂ ਮੈਂ ਫਰਸਟ ਪਰਸਨ ਹੈ, ਯਾਨੀ ਕਿ ਮੈਂ। ਠੀਕ ਹੈ, ਸੈਕੰਡ ਪਰਸਨ ਜਿਹਦੇ ਨਾਲ ਮੈਂ ਗੱਲ ਕਰ ਰਿਹਾ, ਜੋ ਮੇਰੇ ਨਾਲ ਖੜਾ ਹੈਗਾ, ਜਿਹਨੂੰ ਮੈਂ ਦੱਸ ਰਿਹਾ ਕੋਈ ਗੱਲ, ਉਹ ਹੋ ਗਿਆ ਸੈਕੰਡ ਪਰਸਨ। ਤੇ ਥਰਡ ਪਰਸਨ ਹੋਊਗਾ ਜਿਹਦੇ ਬਾਰੇ ਕੋਈ ਗੱਲ ਹੋ ਰਹੀ ਹੈ, ਜੋ ਉੱਥੇ ਪ੍ਰੈਜ਼ੈਂਟ ਨਹੀਂ ਹੈ ਤੇ ਪ੍ਰੈਜ਼ੈਂਟ ਹੋ ਵੀ ਸਕਦਾ ਕਈ ਵਾਰੀ। ਕਲੀਅਰ ਹੈ ਜੀ? ਥਰਡ ਪਰਸਨ ਜਿਹਦੇ ਬਾਰੇ ਗੱਲ ਚੱਲ ਰਹੀ ਹੈ। ਤਾਂ 3 ਤਾਂ ਪਰਸਨ ਹੋ ਗਏ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਕਰਾਏ ਸੀਗੇ ਨਾਊਨ ਦੇ ਵਿੱਚ ਹੀ ਦੱਸਿਆ ਹੋਇਆ ਜੀ, ਜੈਂਡਰ ਵੀ ਕਰਵਾਏ ਸੀ 4 ਤਰ੍ਹਾਂ ਦੇ। ਇੱਕ ਤਾਂ ਹੁੰਦਾ ਜੀ ਮੇਲ, ਇੱਕ ਹੁੰਦਾ ਫੀਮੇਲ, ਇੱਕ ਹੁੰਦਾ ਨਿਊਟਰ। ਠੀਕ ਹੈ, ਤਾਂ 3 ਜੈਂਡਰ ਹੁੰਦੇ ਨੇ। ਤਾਂ ਇਹ ਤਿੰਨੋਂ ਜੈਂਡਰ ਦੇ ਬਿਹਾਫ ਤੇ ਜਿਹੜੇ ਹੈਗੇ ਪ੍ਰੋਨਾਊਨਸ ਜਿਹੜੇ ਨੇਗੇ ਉਹ ਕਲਾਸੀਫਾਈ ਕੀਤੇ ਗਏ ਨੇ ਇਸ ਟੇਬਲ ਦੇ ਵਿੱਚ ਕਿ ਕਿਹੜਾ ਪ੍ਰੋਨਾਊਨ ਕਿਵੇਂ ਯੂਜ਼ ਹੋਣਾ ਹੈ ਪਰਸਨ ਦੇ ਅਕੋਰਡਿੰਗ। ਠੀਕ ਹੈ ਜੀ, ਜੈਂਡਰ ਦੇ ਅਕੋਰਡਿੰਗ। ਠੀਕ ਹੈ ਜੀ, ਕੇਸ ਕਿਹੜਾ ਹੋਊਗਾ ਉਸ ਦੇ ਅਕੋਰਡਿੰਗ। ਤੇ ਉਸ ਤੋਂ ਬਾਅਦ ਸਿੰਗੂਲਰ, ਪਲੂਰਲ, ਯਾਨੀ ਕਿ ਇੱਕ ਵਚਨ ਤੇ ਬਹੁਵਚਨ ਵਾਸਤੇ ਵੀ ਅਲੱਗ-ਅਲੱਗ ਤੁਹਾਨੂੰ ਸਾਰੇ ਪ੍ਰੋਨਾਊਨਸ ਇੱਥੇ ਦਿੱਤੇ ਗਏ ਨੇ। ਕੁਝ ਖਾਸ ਇਹਦੇ ਵਿੱਚ ਐਡਾ ਕਵਾਂ ਕਿ ਡੀਪ ਜਾਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ। ਐਗਜ਼ਾਮਪਲਸ ਮੈਂ ਨਾਲ ਦੱਸੀ ਚੱਲੂੰਗਾ, ਧਿਆਨ ਨਾਲ ਤੁਸੀਂ ਸਮਝ ਲਿਓ। ਤੇ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰੋਨਾਊਨਸ ਦੁਬਾਰਾ ਕਰਨ ਦੀ ਕਦੇ ਲੋੜ ਪਊਗੀ। ਬਿਲਕੁਲ ਦੁਬਾਰਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ, ਕਿਉਂਕਿ ਜੇ ਤੁਸੀਂ ਇੱਕ ਵਾਰੀ ਇਹ ਟੇਬਲ ਨੂੰ ਸਮਝ ਗਏ ਬਸ ਕਾਫੀ ਹੈ। ਤਾਂ ਇਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਆਪਾਂ ਫਰਸਟ ਪਰਸਨ। ਫਰਸਟ ਪਰਸਨ ਦੇ ਵਿੱਚ ਜੇ ਨੋਮੀਨੇਟਿਵ ਕੇਸ ਹੈ, ਯਾਨੀ ਕਿ ਮੈਂ। ਠੀਕ ਹੈ, ਮੈਂ ਮਤਲਬ ਮੈਂ ਇਕੱਲਾ, ਸਿੰਗੂਲਰ ਹੈ, ਸਿੰਗੂਲਰ ਕੇਸ ਹੋ ਗਿਆ ਆਈ। ਤਾਂ ਸੈਂਟੈਂਸ ਕੀ ਬਣਾਤਾ? ਫॉर एग्जांपल मैं कह सकदा आई हैव बेक्ड अ केक। की कह सकदा जी मैं? आई
have baked a cake कि मैं एक केक तैयार कीता, मैं तैयार कीता। जे यही मेरे नाल मेरी फ्रेंड है जी ਜਾਂ मेरे ग्रुप ऑफ फ्रेंड्स ਅਸੀਂ ਇਕੱਠਿਆਂ ਨੇ ਤਿਆਰ ਕੀਤਾ ਤਾਂ ਕੀ ਹੋ ਜਾਊਗਾ ਬਹੁਵਚਨ ਤੇ we। ਤਾਂ ਮੈਂ ਕੀ ਕਰ ਦੂੰਗਾ we have baked a cake। ठीक है, ਅਸੀਂ ਇੱਕ केक ਤਿਆਰ ਕਰ ਚੁੱਕੇ ਹਾਂ। क्लियर है जी, we have baked a cake। ਜੇ ਸਿੰਪਲ ਭਾਸ਼ਾ ਦੇ ਵਿੱਚ ਲਿਖਾਂ ਤਾਂ ਇਹਨੂੰ ਆਪਾਂ ਸਿੰਪਲੀ ਇਹ ਵੀ ਲਿਖ ਸਕਦੇ ਹਾਂ we baked a cake। ਕਲੀਅਰ, I baked a cake, we baked a cake ਕਿ ਅਸੀਂ ਕੇਕ ਤਿਆਰ ਕੀਤਾ ਸੀ। ਹੁਣ ਇਹ ਤਾਂ ਹੋ ਗਏ ਤੁਹਾਡੇ ਨੋਮੀਨੇਟਿਵ ਕੇਸ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਦੀ ਜਗ੍ਹਾ ਪ੍ਰੋਨਾਊਨ ਯੂਜ਼ ਹੋਏ ਨੇ। ਇਹ ਹੋ ਗਿਆ ਨੋਮੀਨੇਟਿਵ ਕੇਸ ਫਰਸਟ ਪਰਸਨ। ऑब्जेक्टिव केस फर्स्ट पर्सन की होगा कि मैं केक तैयार किया। मैं थोनों इत्थे की कहा कि आई बेक्ड अ केक, मैं एक केक तैयार किया, नो डाउट। तो केक की है जी मेरे द्वारा तैयार किया गया, होगी पैसिव वॉइस। जो ऑब्जेक्टिव केस चला जाता है तो इत्थे सिंपली आप की कह सकते हैं कि अ केक वॉज बेक्ड बाय मी। सिंपल जी गल है, आई दा की बन गया मी, इदा ही वी दा की बन जू अस। क्लीयर है जी, ये चीज हमेशा ध्यान रखियो। ठीक है, इत्थे की है अ केक वॉज बेक्ड बाय मी, मेरे द्वारा तैयार किया गया। ते जे यही ओही ग्रुप ऑफ फ्रेंड्स है तो अस। सो सिंपल इट वॉज, सी ना ईजी। तो इन्ना केस है जी नॉमिनेटिव दा ते ऑब्जेक्टिव दा। हुण ਉਹ केक ਹੁਣ ਜਦੋਂ मैं तैयार किया तो मेरा है ना केक। ਉਹ ਤਾਂ ਸਿੰਪਲ ਜੀ ਗੱਲ ਹੈ, मैं आपकी पोजेशन दसूंगा भी मेरा अधिकार आओ तो भी मेरा केक है। सो दिस इज माई केक, दिस इज माई केक कि यह मेरा केक है। की है जी, यह मेरा केक है, यानी कि माई की आ गया पोजेशन। यही एक वर्ड आता माइन, माई तो हो गया, रह गया माइन। माइन की है जी, इत्थे की कह दें जिहड़ा माइन हैगा, जिहड़ा पोजेसिव केस दा प्रोनाउन माइन है, इहदा डिफरेंस की है, यही ऑब्जेक्ट तो बाद आऊगा। फॉर एग्जाम्पल सेंटेंस ही सारा चेंज हो जू। दिस केक इज माइन, ये केक मेरा है, यह मेरा केक है। फर्क इन्ना की है। क्लीयर है जी, तो यह हो गया माई ते माइन दा। उस तो बाद जे मैं गल करा आर ते आर्स, ये भी सिंपल जी गल है। दिस इज आर केक, ये साडा केक है। ठीक है, दिस केक इज आर्स, दिस केक इज आर्स। तो ये सेंटेंस मैं इत्थे नहीं लिख रहा, तुसीं कमेंट सैक्शन दे विच लिख के दस्सिओ जिवें मैं बोलिया। ठीक है, तो पता लग जाऊगा कि ध्यान नाल सुन भी रहे सी कि नहीं वीडियो नूं। तो ये हो गया जी अपना फर्स्ट परसन पोजेसिव केस डन। क्लीयर जी, आई वी आ गए जी नॉमिनेटिव केस, मी अस आ गया ऑब्जेक्टिव केस, तो उस तो बाद आ गए जी पोजेसिव केस। सिंगुलर प्लूरल तुहानूं क्लीयर करते। इस तो बाद गल करते हैं जी आपां सैकेंड परसन। सैकेंड परसन बड़ा ईजी है। सैकेंड परसन आपां किहनूं कहने हैं जी, जिथे आ गई गल तूं जां तुसीं। क्लीयर, उत्थे की रहिंदा जी हमेशा यू 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 यू, सारे वास्ते यूज होंदा है। ये तुहानूं पहलां तो भी पता ही होगा कि सिंगुलर वास्ते भी यूज है तो प्लूरल वास्ते भी यूज है। बट नवीं गल की है, नॉमिनेटिव ते ऑब्जेक्टिव केस दे विच ही यू है, दोनों दे विच भी यही है। दस दिना किवें कि यू बेक्ड अ केक। देखो तुसी सोच रहे होंगे भी सारा अज केक दे मगर पे हुए ने। पहला कारण तो यह है कि सिंगल टाइप का जो आप सेंटेंस करते हैं तो समझ आता रहता भी प्लेसमेंट्स किवें चेंज हो रही ने। दूजा कारण यह है, मेरा फेवरेट है। ठीक है, सो यू बेक्ड अ केक के तू एक केक बेक कीता सी, बनाया सी। ठीक है, तो जे इत्थे प्लूरल हो गए तो की हो गया, तुसी केक बनाया सी।
ठीक है, तो यानी कि यू का की रहूगा, यू ही रहूगा। बट जदों ऑब्जेक्टिव केस दे विच चला गया, ऑब्जेक्टिव दे विच की है, उही यू कित्थे चला जाऊ, ऑब्जेक्ट की जगह चला जाऊगा। तो सिंपल जी गल है इत्थे कि अ केक was baked by you। ਇਹ केक तेरे द्वारा बनाया गया सी, ਇਹ केक ਤੁਹਾਡੇ ਦੁਆਰਾ ਬਣਾਇਆ ਗਿਆ ਸੀ, ਜਾਨੀ ਕਿ ਯੂ ਦਾ ਕੀ ਰਹੂਗਾ ਜੀ, ਯੂ ਹੀ ਰਹੂਗਾ। ਉਸ ਤੋਂ ਬਾਅਦ ਜਿਵੇਂ ਮੈਂ ਕਿਹਾ ਸੀ ਕਿ ਇਹ ਕੇਕ ਮੇਰਾ ਹੈ ਜਾਂ ਇਹ ਮੇਰਾ ਕੇਕ ਹੈ, ਉਦਾਂ ਹੀ ਇਹ ਕੇਕ ਤੇਰਾ ਹੈ ਜਾਂ ਤੁਹਾਡਾ ਹੈਗਾ। ਫॉर एग्जांपल दिस इज योर केक, ठीक है जी। द केक ਜਾਂ ਫਿਰ ਤੁਸੀਂ ਲਿਖ ਸਕਦੇ ਹੋ दिस केक ਜਾਂ द केक, ठीक है। सो दिस ਜਾਂ द केक इज yours। ਇਹ ਤੁਹਾਡਾ ਕੇਕ ਹੈ, ਇਹ ਕੇਕ ਤੁਹਾਡਾ ਹੈ। ਕਲੀਅਰ? ਤਾਂ ਇਦਾਂ ਇਹਦੇ ਪਲੇਸਮੈਂਟ ਚੇਂਜ ਹੋ ਜਾਂਦੀ ਹੈ ਕਿ ਯੂਅਰ ਦੇ ਨਾਲ ਐਸ ਲੱਗ ਗਿਆ ਰਹੂਗਾ, ਚਾਹੇ ਸਿੰਗੂਲਰ ਹੈ ਚਾਹੇ ਪਲੂਰਲ ਹੈ, ਰਹਿਣਾ ਇਦਾਂ ਹੀ ਹੈ, ਯੂਅਰ ਯੂਅਰਸ। ਇਹ ਬੜਾ ਈਜ਼ੀ ਹੈ, ਸੈਕਿੰਡ ਪਰਸਨ ਨੂੰ ਸਮਝਣਾ ਬਹੁਤ ਈਜ਼ੀ ਹੈਗਾ ਕਿਉਂਕਿ ਉਹ ਤੁਹਾਡੇ ਸਾਹਮਣੇ ਹੁੰਦਾ ਨਾ, ਫੇਸ ਟੂ ਫੇਸ ਹੁੰਦਾ, ਆਪਾਂ ਸਮਝ ਲੈਂਦੇ ਹਾਂ ਈਜ਼ੀਲੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਨੈਕਸਟ ਆਪਾਂ ਥਰਡ ਪਰਸਨ ਦੀ। ਥਰਡ ਪਰਸਨ ਦੇ ਵਿੱਚ कुछ भी नहीं खास, सिर्फ तुसी की समझने है जेंडर। जे तो जी मेल जेंडर है, हुण इन्ना क आपां नूं पता लग जांदा कि मेल दी गल चल रही है, मेल जेंडर है, तो मेल जेंडर जे हैगा तो आऊगा ही। फॉर एग्जांपल ही बेक्ड अ केक, ठीक है। जे फीमेल है तो आ जाऊगा शी बेक्ड अ केक, ठीक है। हुण जिहड़ा इट हैगा, इट ਜਿਹੜਾ ਹੁੰਦਾ ਹੈਗਾ ਪ੍ਰੋਨਾउन, ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਨਿਊਟਰ ਜੈਂਡਰ ਜਿਹੜਾ ਹੁੰਦਾ ਹੈਗਾ ਇਹਦੇ ਵਿੱਚ ਇਟ ਜਾਂ ਤਾਂ ਨਾਨ ਲਿਵਿੰਗ ਥਿੰਗਸ ਲਈ ਆ ਸਕਦਾ ਹੈ ਜਾਂ ਇੱਕ ਸਪੈਸ਼ਲ ਕੇਸ ਹੁੰਦਾ ਹੈ ਕਿ ਐਨੀਮਲਸ ਲਈ ਜਾਂ ਫਿਰ ਯੰਗ ਚਿਲਡਰਨ, ਛੋਟੇ ਬੱਚੇ ਜਿਹੜੇ ਹੁੰਦੇ ਨੇ। ਹੁਣ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਨਾ ਤਾਂ ਐਨੀਮਲਸ ਕੇਕ ਬਣਾ ਸਕਦੇ ਆ ਨਾ ਛੋਟੇ ਬੱਚੇ ਬਣਾ ਸਕਦੇ, ਪਰ ਖਰਾਬ ਜ਼ਰੂਰ ਕਰ ਸਕਦੇ ਆ। ਤਾਂ ਇੱਥੇ ਆਪਾਂ ਥੋੜਾ ਜਿਹਾ ਚੇਂਜ ਲੈ ਕੇ ਆਵਾਂਗੇ। ਕੀ ਲੈ ਕੇ ਆਵਾਂਗੇ ਕਿ ਇਟ ruined the cake। ruin करना मतलब खराब कर देना, ठीक है। भी मतलब चाहे वो तुसी एनिमल की गल कर रहे हो, छोटे बच्चे की गल कर रहे हो, बट ऑब्जेक्ट की गल नहीं करते, ठीक है। कि इट ruined the cake, कि उन्हें केक खराब कर दिता, ठीक है। हुण चाहे मेल है चाहे फीमेल है चाहे न्यूटर जेंडर है, इन्हां दा जिहड़ा प्लूरल हैगा ना वो सेम ही रहूगा, दे बेक्ड अ केक जे एक तो ज़्यादा ने, दे ruined अ केक जे एक तो ज़्यादा ने। तो मतलब की है इत्थे सारे किते ही शी इट जिहड़ा हैगा उहनूं छड्ड के की आ जाऊगा जी, दे, ठीक है। चाहे सेंटेंस कोई भी है। क्लियर है जी। इस तो बाद ਅੱਗੇ ਗੱਲ ਕਰਦੇ ਹਾਂ ਜੀ ਆਪਣਾ, ਇਹ ਤਾਂ ਹੋ ਗਿਆ ਨੋਮੀਨੇਟਿਵ ਕੇਸ ਥਰਡ ਪਰਸਨ। ਜੇ ਆਬਜੈਕਟਿਵ ਹੈ ਤਾਂ ਸਿੰਪਲ ਜੀ ਗੱਲ ਹੈ, ਹੀ ਦਾ ਕੀ ਬਣ ਗਿਆ ਹਿਮ, ਸ਼ੀ ਦਾ ਕੀ ਬਣ ਗਿਆ ਹਰ, ਇਟ ਦਾ ਕੀ ਰਹਿਣਾ ਜੀ ਇਟ, ਪਰ ਦੇ ਦਾ ਕੀ ਬਣ ਗਿਆ them, ठीक है। फॉर एग्जाम्पल अ केक, वही सेम सेंटेंस, was baked by him, ਉਹਦੇ ਦੁਆਰਾ ਬਣਾਇਆ ਗਿਆ ਸੀ। ਅ ਕੇਕ ਵਾਸ ਬੇਕਡ ਬਾय ਹਰ, ਉਹਦੇ ਦੁਆਰਾ ਬਣਾਇਆ ਗਿਆ ਸੀ ਜੇ ਫੀਮੇਲ ਹੈ। ਅ ਕੇਕ ਵਾਸ, ਇੱਥੇ ਦ ਕੇਕ ਕਹਿ ਲਾਂਗੇ ਆਪਾਂ, ਇਸੇ ਕੇਕ ਦੀ ਗੱਲ ਕਰ ਰਹੇ ਹਾਂ, ਬਣਾ ਤਾਂ ਦਿੱਤਾ। ਦ ਕੇਕ ਵਾਸ ruined by it, ਜੇ ਸਿੰਗੂਲਰ ਹੈ ਤਾਂ। ਬਟ ਜੇ ਪਲੂਰਲ ਹੈ ਤਾਂ ਕੀ ਕਰਾਂਗੇ, ਦੇ ਦਾ ਕੀ ਬਣ ਗਿਆ them, ਤਾਂ ਆਪਾਂ ਕੀ ਬਣਾ ਦਾਂਗੇ ਇੱਥੇ ਵੀ ਦੋਨੋਂ ਸੈਂਟੈਂਸਸ ਵਾਸਤੇ ਕੀ ਰਹੂਗਾ them। A cake was baked by them, ਉਹਨਾਂ ਦੁਆਰਾ ਬਣਾਇਆ ਗਿਆ ਸੀ। The cake was ruined by them, ਕਿ ਉਹਨਾਂ ਦੁਆਰਾ ਖਰਾਬ ਕੀਤਾ ਗਿਆ ਸੀ। Is it clear? I hope ਤੁਹਾਨੂੰ ਸਮਝ ਆ ਗਿਆ ਹੋਊਗਾ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਪੋਜੈਸਿਵ ਕੇਸ, ਇਹਦਾ ਥਰਡ ਪਰਸਨ ਦਾ। ਇਹਦੇ ਵਿੱਚ ਯੂਜ਼ ਕਿਵੇਂ ਹੁੰਦਾ ਹੈਗਾ ਕਿ ਇਹ ਕੇਕ ਉਸਦਾ ਹੈ,
ठीक है। दिस इज हिज केक, ये ओदा केक है। दिस केक इज हिज, ये केक ओदा है। ਹੁਣ ਇੱਥੇ ਆਪਾਂ ਐਸ ਕਿਉਂ ਨਹੀਂ ਲਗਾਇਆ ਕਿਉਂਕਿ ਆਲਰੇਡੀ ਕੀ ਹੈ ਜੀ ਹਿਸ ਦੇ ਵਿੱਚ ਐਸ ਲੱਗਿਆ ਹੋਇਆ ਹੈਗਾ ਤਾਂ ਸਿੰਪਲੀ ਦਿਸ ਇਜ਼ ਹਿਸ ਕੇਕ, ਇਹ ਉਹਦਾ ਕੇਕ ਹੈ। ਦਿਸ ਕੇਕ ਇਜ਼ ਹਿਸ, ਇਹ ਕੇਕ ਉਹਦਾ ਹੈਗਾ। ਐਵੇਂ ਜਿਵੇਂ ਆਪਾਂ ਕੀ ਕਵਾਂਗੇ ਕਿਹਦੇ ਵਾਸਤੇ ਯੂਜ਼ ਕਰਾਂਗੇ ਫੀਮੇਲ ਜੈਂਡਰ ਵਾਸਤੇ, ਫੀਮੇਲ ਜੈਂਡਰ ਵਾਸਤੇ ਕੀ ਆਊਗਾ ਕਿ ਹਰ ਆ ਜਾਊਗਾ ਜਾਂ ਹਰਜ਼ ਆ ਜਾਊਗਾ। ਦਿਸ ਇਜ਼ ਹਰ ਕੇਕ, ਜੇ ਤਾਂ ਆਬਜੈਕਟ ਤੋਂ ਪਹਿਲਾਂ ਤਾਂ ਹਰ ਆ ਜਾਊਗਾ, ਜੇ ਆਬਜੈਕਟ ਤੋਂ ਬਾਅਦ ਹੈ ਤਾਂ ਹਰਜ਼ ਆ ਜਾਊਗਾ। ਇੱਕ ਚੀਜ਼ ਹੋਰ ਦੱਸ ਦੇਣਾ, ਸੈਂਟੈਂਸ ਦੇ ਵਿੱਚ ਹਮੇਸ਼ਾ ਲਾਸਟ ਵਾਲਾ ਵਰਡ ਕੀ ਹੈ ਜੀ ਆਬਜੈਕਟ ਨਹੀਂ ਹੁੰਦਾ। ਇਹ ਚੀਜ਼ ਦਾ ਆਬਜੈਕਟ ਤੁਹਾਡਾ ਕੇਕ ਹੈਗਾ। ਕਲੀਅਰ, ਇਹ ਵੀ ਇੱਕ ਚੀਜ਼ ਮੈਂ ਤੁਹਾਨੂੰ ਕਲੈਰਿਟੀ ਦੇ ਦਿੰਦਾ ਹੈਗਾ। ਇਜ਼ ਇਟ ਫਾਈਨ? ਠੀਕ ਹੈ। ਹੁਣ ਇਹਦੇ ਕੇਕ ਦੀ ਗੱਲ ਕਰੀਏ ਤਾਂ ਸਿੰਪਲੀ ਇੱਥੇ ਕੀ ਲਿਖ ਸਕਦੇ ਹਾਂ, ਇਟਸ, ਕੋਈ ਇਟ ਨਹੀਂ, ਕੁਛ ਵੀ ਨਹੀਂ, ਸਿਰਫ ਇਟਸ ਆਊਗਾ। ਦਿਸ ਇਜ਼ ਇਟਸ ਕੇਕ, ਠੀਕ ਹੈ। ਦਿਸ ਕੇਕ ਇਜ਼ ਇਟਸ, ਠੀਕ ਹੈ। ਇਹ ਵੀ ਤੁਸੀਂ ਸੈਂਟੈਂਸ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈਗਾ ਲਿਖ ਕੇ। ਉਸ ਤੋਂ ਬਾਅਦ ਜੇ ਹੋ ਜੇ ਪਲੂਰਲ ਕੇਸ, ਪਲੂਰਲ ਕੇਸ ਹੋ ਜੇ ਤਾਂ देयर, देयर्स। फॉर एग्जाम्पल दिस इज देयर केक, ठीक है। सो दिस केक is theirs. Is it clear? So this is all about pronouns, ਜਿਹੜੇ ਪਰਸਨਲ ਪ੍ਰੋਨਾउन ਨੇ ਕਿਵੇਂ ਯੂਜ਼ ਹੁੰਦੇ ਨੇ। ਸ਼ਾਰਟ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਨਵੇਂ ਤਰੀਕੇ ਨਾਲ ਕਿ ਟੇਬਲ ਤੁਹਾਨੂੰ ਸ਼ੋ ਕਰਤਾ, ਇਹਨੂੰ ਤੁਸੀਂ ਆਪਦਾ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ। ਹੁਣ ਜੋ ਮੇਨ ਗੱਲ ਮੈਂ ਇਹਦੇ ਵਿੱਚ ਕਰਨੀ ਹੈ, ਜਿਹੜੀ ਮੇਨ ਗੱਲ ਮੈਂ ਇਹਦੇ ਵਿੱਚ ਕਰਨੀ ਹੈ ਜੋ ਤੁਹਾਡੇ ਕੰਮ ਆਉਣੀ ਵੀ ਅੱਗੇ, ਕਿ ਪ੍ਰੋਨਾउन ਦੇ ਨਾ ਦੋ ਕੁ ਰੂਲ ਦੱਸਣੇ ਨੇ ਤੁਹਾਨੂੰ ਖਾਸ ਜਿਹੜੇ ਹੈਗੇ ਨੇ। ਖਾਸ ਕੀ ਨੇ ਵੀ ਜਿਹੜੀ ਪ੍ਰੋਨਾउन ਫਰਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ, ਯਾਨੀ ਕਿ ਫਰਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ, ਜੇ ਇਹ ਤਿੰਨੋਂ ਇੱਕੋ ਸੈਂਟੈਂਸ ਦੇ ਵਿੱਚ ਯਾਨੀ ਕਿ ਸਿੰਗਲ ਸੈਂਟੈਂਸ ਦੇ ਵਿੱਚ ਆ ਜਾਣ, ਠੀਕ ਹੈ, ਤਾਂ ਇਹਨਾਂ ਦਾ ਆਰਡਰ ਕੀ ਰਹਿੰਦਾ ਹੈਗਾ, ਵੀ ਆਰਡਰ ਕੀ ਹੋਊਗਾ, ਵੀ ਤਰਤੀਬ ਕੀ ਰਹੂਗੀ ਇਹਨਾਂ ਦੀ, ਕਿਸ ਆਰਡਰ ਦੇ ਵਿੱਚ ਆਉਣਗੇ। ਹੁਣ ਜੇ ਤਾਂ ਸੈਂਟੈਂਸ ਹੈਗਾ ਕੁਛ ਪੋਜ਼ਿਟਿਵ, ਮੈਂ ਲਿਖ ਦਿੰਦਾ ਕਿ ਜੇ ਤਾਂ ਕੋਈ ਸੈਂਟੈਂਸ ਹੈਗਾ ਪੋਜ਼ਿਟਿਵ ਤਾਂ ਤੁਹਾਡਾ ਜਿਹੜਾ ਪ੍ਰੋਨਾउंस ਦਾ ਆਰਡਰ ਰਹਿੰਦਾ ਹੈ ਜੀ 2 3 1। ਫॉर एग्जांपल ਯੂ, ਇੱਕ ਚੀਜ਼ ਇਹਦੇ 'ਚ ਹੋਰ ਦੱਸ ਦਿੰਦਾ ਕਿ ਇਹ ਸਿੰਗੂਲਰ ਕੇਸ ਹੈਗਾ कि you, he and I are good friends। ਮੈਨੂੰ ਲੱਗਦਾ ਤੁਸੀਂ ਕਦੇ ਆਰ ਲੱਗਿਆ ਵੀ ਨਹੀਂ ਦੇਖਿਆ ਹੋਣਾ ਆਈ ਨਾਲ, ਆਪਾਂ ਜ਼ਿਆਦਾਤਰ ਐਮ ਯੂਜ਼ ਕਰਦੇ ਹਾਂ, ਆਈ ਐਮ, ਠੀਕ ਹੈ। ਹੁਣ ਇੱਥੇ ਕੀ ਹੈ ਜੀ, ਇੱਕ ਤੋਂ ਜ਼ਿਆਦਾ ਪਰਸਨ ਹੋ ਗਏ, ਪਲੂਰਲ ਹੋ ਗਿਆ ਤਾਂ ਹੈਲਪਿੰਗ ਵਰਬ ਕੀ ਹੈ ਜੀ, ਆਰ ਆ ਗਈ, ਠੀਕ ਹੈ। ਸਿੰਗਲ ਜਿਹੜਾ ਹੈਗਾ, ਸਿੰਗੂਲਰ ਜਿਹੜੇ ਪ੍ਰੋਨਾउन ਨੇਗੇ, ਠੀਕ ਹੈ, ਨੋਮੀਨੇਟਿਵ ਕੇਸ ਦੇ ਨੇ, ਠੀਕ ਹੈ, ਉਹਨਾਂ ਦਾ ਜਿਹੜਾ ਆਰਡਰ ਹੈ ਸੈਕਿੰਡ ਪਰਸਨ, ਥਰਡ ਪਰਸਨ ਤੇ ਫਰਸਟ ਪਰਸਨ, ਇਸ ਤਰੀਕੇ ਨਾਲ ਰਹਿੰਦਾ ਹੈ। ਜੇ ਸੈਂਟੈਂਸ ਤੁਹਾਡਾ ਪੋਜ਼ਿਟਿਵ ਹੈ, ਮਤਲਬ ਜਦੋਂ ਤਾਂ ਕੁਛ ਕਰਤਾ ਚੰਗਾ, ਚੁੱਪ ਕਰਕੇ ਆਪਦੇ ਆਪ ਨੂੰ ਨੇੜੇ ਕਰ ਲਓ ਇਹਦੇ ਕਿ ਹਾਂ ਵੀ ਮੈਂ ਹੀ ਚੰਗਾ ਕੀਤਾ ਹੈਗਾ, ਇਹਨਾਂ ਦਾ ਥੋੜਾ ਘੱਟ ਯੋਗਦਾਨ ਹੈ। ਪਰ ਕੀ ਕਰੋਗੇ ਉਦੋਂ ਜਦੋਂ ਕੁਛ ਮਾੜਾ ਹੋ ਗਿਆ, ਤਾਂ ਉਹਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਕਿ ਸੈਂਟੈਂਸ ਜਿਹੜਾ ਹੈਗਾ ਜੇ ਨੈਗੇਟਿਵ ਹੋ ਜੇ, ਜੇ ਸੈਂਟੈਂਸ ਨੈਗੇਟਿਵ ਹੋ ਜੇ ਤਾਂ ਉਦੋਂ ਆਰਡਰ ਕੀ ਰਹਿੰਦਾ। ਸਿੰਪਲ ਜੀ ਗੱਲ ਆ, ਆਰਡਰ ਕੋਈ ਨਹੀਂ ਹੈਗਾ ਕਿ ਜਿਹੜਾ ਤੁਸੀਂ ਜਿਵੇਂ 2 3 1 ਸੀਗਾ ਤਾਂ ਆਪ ਤੁਸੀਂ ਕੀ ਕਰਨਾ, ਇੱਧਰ ਪਿੱਛੇ ਆ ਜਾਣਾ ਤੇ ਇਹਨੂੰ ਅੱਗੇ ਕਰ ਦੇਣਾ, ਕਿਉਂਕਿ ਮਾੜਾ ਮੈਂ ਤਾਂ ਕਰ ਹੀ ਨਹੀਂ ਸਕਦਾ, ਉਹ ਤਾਂ ਤੂੰ ਕੀਤਾ। ਜਦੋਂ ਵੀ ਆਪਾਂ ਕੋਈ ਗਲਤੀ ਕਰਦੇ ਹਾਂ ਕਿਹਦੇ ਗੱਲ ਸਿੱਟ ਦਿੰਦੇ ਆ, ਇਹਨੇ ਕੀਤੀ ਹੈ ਜੀ, ਇਹਦੀ ਗੱਲ ਨਿਬੇੜੋ, ਠੀਕ ਹੈ। ਫॉर एग्जांपल I, he and you will be punished for this mistake। ਹੁਣ ਜਦੋਂ ਗਲਤੀ ਹੋ ਗਈ ਪਤਾ ਲੱਗੇ, ਚੁੱਪ ਕਰਕੇ ਪਾਸੇ ਨਿਕਲਿਓ, ਇਹਨੂੰ ਫਸਾ ਦਿਓ, ਤਾਂ ਆਰਡਰ ਕੀ ਹੋ ਗਿਆ ਇਹਦਾ 1
2 3 sorry just made a mistake ਸੋ ਇੱਥੇ ਥਰਡ ਪਰਸਨ ਫਸੂਗਾ ਜੀ ਕਿਵੇਂ ਕਿ I you and he will be punished ਕਿ ਉਹਨੇ ਗਲਤੀ ਕੀਤੀ ਹੈ ਮੈਂ ਨਹੀਂ ਕੀਤੀ ਯਾਨੀ ਕਿ ਫਸ ਗਿਆ ਇੱਥੇ ਕੌਣ ਥਰਡ ਪਰਸਨ ਆ ਪਹਿਲੇ ਦੋਨੇ ਦੋਸਤ ਪਾਸੇ ਨਿਕਲ ਜਾਂਦੇ ਨੇ ਇਜ਼ ਇਟ ਕਲੀਅਰ ਸੋ ਇਹ ਦੋ ਰੂਲ ਨੇ ਜਿਹੜੇ ਤੁਸੀਂ ਕਦੇ ਵੀ ਨਹੀਂ ਭੁੱਲਣੇ ਪ੍ਰੋਨਾਉਨ ਦੇ ਕਿਹੜੇ ਕਿਹੜੇ ਨੇ ਜੀ ਇੱਕ ਤਾਂ 2 3 1 ਤੇ ਇੱਕ 1 2 3 ਜਿਹੜਾ 1 2 3 ਰੂਲ ਹੈ ਇਹ ਇੱਕ ਜਗ੍ਹਾ ਤੇ ਹੋਰ ਯੂਜ਼ ਹੋ ਜਾਂਦਾ ਜਦੋਂ ਤੁਹਾਡੇ ਜਿਹੜੇ ਪ੍ਰੋਨਾਉਨ ਨੇ ਉਹ ਪਲੂਰਲ ਹੋਣ ਪਲੂਰਲ ਮਤਲਬ ਕਿਹੜੇ ਕਿਹੜੇ ਨੇਗੇ I ਦਾ ਕੀ ਬਣ ਜਾਂਦਾ ਜੀ we you ਦਾ ਕੀ ਰਹਿੰਦਾ you ਤੇ he ਦਾ ਕੀ ਬਣ ਜਾਊਗਾ they ਇਹ ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ ਆਰਡਰ 1 2 3 ਹੀ ਰਹਿੰਦਾ ਹੈਗਾ ਸੋ ਅੱਜ ਦਾ ਜਿਹੜਾ ਲੈਕਚਰ ਹੈ ਪ੍ਰੋਨਾਉਂਸ ਤੇ ਜਿਹੜਾ ਆਪਾਂ ਕੀਤਾ ਹੈਗਾ ਇਹੀ ਸੀਗਾ ਦੋ ਰੂਲਸ ਤੁਹਾਨੂੰ ਜਿਹੜੇ ਹੈਗੇ ਨੇ ਮੇਨ ਉਹ ਦੱਸੇ ਨੇਗੇ ਠੀਕ ਹੈ ਪਲੱਸ ਤੁਹਾਨੂੰ ਪਰਸਨਲ ਪ੍ਰੋਨਾਉਂਸ ਦੀ ਜਿਹੜਾ ਹੈਗਾ ਟੇਬਲ ਸਾਰਾ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਤੁਸੀਂ ਸੈਂਟੈਂਸਸ ਦੇ ਵਿੱਚ ਕੀ ਹੈ ਜੀ ਸਹੀ ਤਰੀਕੇ ਨਾਲ ਜਿਹੜੇ ਹੈਗੇ ਆ ਆਪਦੇ ਬਲੈਂਕਸ ਫਿਲ ਕਰ ਸਕੋ ਜਾਂ ਐਰਰ ਦੇ ਸੈਂਟੈਂਸ ਆਉਂਦੇ ਨੇ ਤਾਂ ਐਰਰਸ ਫਾਈਂਡ ਆਊਟ ਕਰ ਸਕੋ ਇਹਨਾਂ ਰੂਲਸ ਦੀ ਹੈਲਪ ਦੇ ਨਾਲ ਠੀਕ ਹੈ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਆਪਦੇ ਵਿਊਜ਼ ਦੇਣ ਲਈ ਜਾਂ ਹੋਰ ਕਿਵੇਂ ਇੰਪਰੋਵਾਈਜ਼ ਕੀਤਾ ਜਾ ਸਕਦਾ ਹੈਗਾ ਜਾਂ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਕੰਟੈਕਟ ਨੰਬਰਸ ਤੇ ਸਾਨੂੰ ਕੰਟੈਕਟ ਕਰ ਸਕਦੇ ਹੋਗੇ ਸੋ ਬਾਈ ਸੇਇੰਗ ਦਿਸ ਆਈ ਵਿਲ ਟੇਕ ਯੂ ਲੀਵ ਥੈਂਕ ਯੂ ਵੈਰੀ ਮਚ